पर अज देखो साडी ट्रैजडी कि असी हाले तक ये निश्चित नहीं कर सके भी साडा जिहड़ा मूल मंत्र जिथों आपां गुरु ग्रंथ साहब दा पाठ शुरू करना सी ये कित्थों शुरू होके कित्थे मुकना चाहिदा। सो पहला सवाल मेरा तुहानूं यही आ भी मूल मंत्र जिहड़ा आ ओहदा असली ਸਰੂਪ ਕੀ ਆ, ਉਹ ਕਿੱਥੋਂ ਲੈ ਕੇ ਕਿੱਥੋਂ ਤੱਕ ਆ, ਤਾਂ ਕਿ ਦੇਖੋ ਬੜੀ ਬੇਸਿਕ ਜੀ ਗੱਲ ਆ, ਪਹਿਲੀ ਗੱਲ ਆ ਇਹ, ਤੇ ਉਹ ਸੰਗਤ ਨੂੰ ਕਲੀਅਰ ਕਰੋ ਵੀ ਮੂਲ ਮੰਤਰ ਕਿੱਥੋਂ ਲੈ ਕੇ ਕਿੱਥੋਂ ਤੱਕ ਆ। ਹਾਂਜੀ, ਸਭ ਤੋਂ ਪਹਿਲਾਂ ਇਸ ਤਰ੍ਹਾਂ ਆ ਕਿ ਜਦੋਂ ਜਿਹੜੀ ਗੱਲ ਤੁਸੀਂ ਸ਼ੁਰੂਆਤ ਵਿੱਚ ਕੀਤੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੀ ਜਿੰਦ ਜਾਨ ਆ, ਸਿੱਖ ਦਾ ਜੀਵਨ ਬਾਣੀ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬਹੁਤ ਸੋਹਣੀਆਂ ਉਦਾਹਰਨਾਂ ਦੇ ਕੇ ਵੀ ਇਸ ਗੱਲ ਨੂੰ ਸਪਸ਼ਟ ਕੀਤਾ ਆ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਆ, ਇੱਦਾਂ ਹੀ ਸਿੱਖ ਬਾਣੀ ਤੋਂ ਬਿਨਾਂ ਜਿਹੜਾ ਹੈ ਉਹ ਜਿਉਂਦਾ ਨਹੀਂ ਰਹਿ ਸਕਦਾ। ਔਰ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਨੇ ਆਪਣੇ ਮੁਬਾਰਕ ਸ਼ਬਦਾਂ ਦੇ ਰਾਹੀਂ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਦ੍ਰਿੜ ਨਿਸ਼ਚਾ ਕਰਵਾਇਆ ਬਾਣੀ ਦੇ ਰਾਹੀਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਜੀਵਨ ਦਾ ਆਧਾਰ ਰਹਿਣੀ ਚਾਹੀਦੀ ਆ, ਹਮੇਸ਼ਾ ਬਣੀ ਰਹਿਣੀ ਚਾਹੀਦੀ ਆ, ਤਾਂ ਹੀ ਸਾਡਾ ਜਿਹੜਾ ਜੀਵਨ ਹੈ ਉਹ ਸੁਖਾਲਾ ਤੇ ਸੋਹਣਾ ਬਣਿਆ ਰਹੇਗਾ। ਹਾਂਜੀ, ਜਿੱਥੇ ਤੱਕ ਤੁਸੀਂ ਅਗਲੀ ਗੱਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਜੀਵਨ ਦਾ ਭਾਵੇਂ ਆਧਾਰ ਹੈ, ਪਰ ਸਾਡੀ ਤਰਾਸਦੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮੁੱਢਲਾ ਮੰਗਲਾ ਚਰਨ ਹੈ ਵੀ ਉਹਦੇ ਤੇ ਵੀ ਕਈ ਵਾਰ ਅਸੀਂ ਉਲਝਦੇ ਹਾਂ, ਸਪਸ਼ਟ ਨਹੀਂ ਹਾਂ। ਉਹਦਾ ਇੱਕ ਕਾਰਨ ਵੱਡਾ ਇਹ ਵੀ ਹੈ ਕਿ ਜਿੱਥੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਸਾਰਾ ਕੁਝ ਸਪਸ਼ਟ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਵੀਰ ਭੈਣ ਆਪ ਪੜ੍ਹਦੇ ਆ ਲਗਭਗ ਉਹ ਜਾਣਦੇ ਵੀ ਆ। ਬਹੁਤ ਸਾਰਿਆਂ ਵਿਦਵਾਨਾਂ ਨੇ ਇਸ ਮਸਲੇ ਦੇ ਉੱਤੇ ਪੂਰੀ ਤਰ੍ਹਾਂ ਐਨ ਜਿਹੜਾ ਡਟ ਕੇ ਮਿਹਨਤ ਕਰਕੇ ਤੇ ਜੋ ਸੱਚ ਹੈ, ਜੋ ਅਸਲੀਅਤ ਹੈ, ਉਹ ਸਿੱਖ ਪੰਥ ਦੇ ਸਾਹਮਣੇ ਲਿਆਂਦੀ, ਦੁਨੀਆ ਦੇ ਸਾਹਮਣੇ ਰੱਖੀ ਕਿ ਜਿਹੜਾ ਮੂਲ ਮੰਤਰ ਹੈ, ਮੰਗਲਾਚਰਨ ਹੈ, ਉਹ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ। ਠੀਕ, ਜੇ ਸਾਡੇ ਉਲਝਣ ਦਾ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਵੀ ਅਸੀਂ ਉਲਝ ਗਏ ਜਾਂ ਇਹਦੇ ਤੇ ਸਪਸ਼ਟ ਨਹੀਂ ਆ, ਉਹਦਾ ਮੇਨ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪਾਸੇ ਕਰਕੇ ਇੱਥੇ ਡੇਰਾਵਾਦੀ ਵਿਚਾਰਧਾਰੀ ਜਿਹੜੀ ਆ ਉਹ ਜ਼ਿਆਦਾ ਪ੍ਰਫੁੱਲਤ ਹੋਈ, ਉਹਨੂੰ ਇੱਥੇ ਜ਼ਿਆਦਾ ਬਲ ਦਿੱਤਾ ਗਿਆ, ਉਹਨੂੰ ਥਾਂ ਦਿੱਤਾ ਗਿਆ। ਔਰ ਡੇਰਾਵਾਦੀ ਵਿਚਾਰਧਾਰਾ ਨੇ ਇਸ ਸਾਰੇ ਹੀ ਸਪਸ਼ਟ ਮਸਲੇ ਨੂੰ ਪੂਰੀ ਤਰ੍ਹਾਂ ਉਲਝਾਇਆ ਔਰ ਲੋਕਾਂ ਦੇ ਖੂਨ ਵਿੱਚ ਇਹ ਗੱਲ ਪਾਈ ਗਈ ਕਿ ਨਹੀਂ, ਇੱਥੇ ਤੱਕ ਨਹੀਂ ਆ, ਇਹਨੂੰ ਅੱਗੇ ਤੱਕ ਪੜ੍ਹਨਾ ਚਾਹੀਦਾ, ਇੱਥੇ ਤੱਕ ਹੋਣਾ ਚਾਹੀਦਾ, ਇੱਥੇ ਤੱਕ ਹੋਣਾ ਚਾਹੀਦਾ। ਜਿੰਨੀਆਂ ਉਲਝਣਾਂ ਗੁਰਬਾਣੀ ਦੇ ਮਸਲੇ ਤੇ ਇਹ ਪਾਈਆਂ ਗਈਆਂ, ਜਿੰਨਾ ਬਾਣੀ ਦੇ ਮਸਲੇ ਤੇ ਸਾਨੂੰ ਉਲਝਾਇਆ ਗਿਆ, ਬਾਣੀ ਦੇ ਮਸਲੇ ਤੇ ਕਰਮਕਾਂਡ, ਵਹਿਮ ਭਰਮ, ਪਖੰਡ ਜਿੰਨੇ ਸਾਡੇ ਸਿੱਖਾਂ ਦੇ ਵਿੱਚ ਪਸਰੇ ਆ, ਤੁਸੀਂ ਦੇਖੋਗੇ ਇਹਨਾਂ ਦਾ ਸਾਰਿਆਂ ਦਾ ਜਿਹੜਾ ਸਭ ਤੋਂ ਵੱਡਾ ਸਰੋਤ ਹੈ ਉਹ ਡੇਰਾਵਾਦ ਹੈ। ਹਾਂਜੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਇਹਦੇ 'ਚ ਕੋਈ ਵੀ ਸ਼ੱਕ ਨਹੀਂ ਰਹਿ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਢਲਾ ਮੰਗਲਾਚਰਨ ਜਿਹੜਾ ਉਹ ਇੱਕ ਓਅੰਕਾਰ ਤੋਂ ਸ਼ੁਰੂ ਹੋ ਕੇ ਗੁਰਪ੍ਰਸਾਦ ਤੱਕ ਹੈ। ਠੀਕ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦੀ ਵਰਤੋਂ 33 ਵਾਰ ਹੋਈ ਹੈ। ਹਾਂਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਇਹ 33 ਵਾਰ ਵਰਤਿਆ ਗਿਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਛੋਟਾ ਕਿਤਾਬਚਾ ਜਿਹੜਾ ਆ ਉਹ ਡਾਕਟਰ ਵਿਕਰਮ ਸਿੰਘ ਹੋਰਾਂ ਦਾ ਜਿਹੜਾ ਉਹ ਲਿਖਿਆ ਹੋਇਆ ਛਾਪਿਆ ਜਾਂਦਾ, ਫਰੀ ਵਿੱਚ ਵੰਡਿਆ ਵੀ ਜਾਂਦਾ, ਮੂਲ ਮੰਤਰ ਦਾ ਪ੍ਰਮਾਣਿਕ ਸਰੂਪ। ਹਾਂਜੀ, ਦਲੀਲਾਂ ਦੇ ਕੇ, ਵਿਸਥਾਰ ਸਹਿਤ ਵਿਆਖਿਆ ਦੇ ਕੇ, ਸਾਰੇ ਹਵਾਲੇ ਦੇ ਕੇ ਉਹ ਜਿਹੜਾ ਛੋਟਾ ਕਿਤਾਬਚਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਰੀ ਵਿੱਚ
ਜਿਹੜਾ ਉਹ ਵੰਡਿਆ ਜਾਂਦਾ। ਠੀਕ। ਔਰ ਇਹਦੇ 'ਚ ਹੋਰ ਗੱਲ ਵੇਖੋ ਕਿ ਆਮ ਤੌਰ ਤੇ ਇੱਕ ਕੱਚੀ ਜੀ ਦਲੀਲ ਡੇਰਾਵਾਦੀ ਦਿੰਦੇ ਨੇ ਕਿ ਚਲੋ ਭਾਵੇਂ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਹੈ, ਪਰ ਜੇ ਵੱਧ ਬਾਣੀ ਵੀ ਪੜ੍ਹ ਲਓ ਤਾਂ ਇਹਦੇ ਨਾਲ ਕੀ ਫਰਕ ਪੈਂਦਾ। ਪਰ ਮੈਂ ਇਹਦੇ 'ਚ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਵੱਧ ਬਾਣੀ ਪੜ੍ਹਨ 'ਚ ਕੋਈ ਨੁਕਸਾਨ ਨਹੀਂ ਆ। ਨੁਕਸਾਨ ਇਸ ਗੱਲ ਦਾ ਹੈ ਕਿ ਜੋ ਨੇਮ ਬਣਾਏ ਗਏ, ਉਹਨਾਂ ਨੇਮਾਂ ਦੀ ਭੰਨ ਤੋੜ ਸਾਨੂੰ ਨਹੀਂ ਕਰਨੀ ਚਾਹੀਦੀ। ਬਾਣੀ ਪੜ੍ਹਨ 'ਚ ਕੋਈ ਨੁਕਸਾਨ ਨਹੀਂ ਆ। ਹਾਂਜੀ, ਜਿਹੜਾ ਨੇਮ ਹੈ, ਜੋ ਮਰਜ਼ਾਦਾ ਬਣਾਈ ਗਈ, ਉਹ ਸਾਨੂੰ ਉਹਦੀ ਭੰਨ ਤੋੜ ਨਹੀਂ ਕਰਨੀ ਚਾਹੀਦੀ। ਇੱਕ ਅਸੀਂ ਆਮ ਤੌਰ ਤੇ ਸਵਾਲ, ਜਿੱਥੇ ਵੀ ਕਿਤੇ ਕੋਈ ਏਦਾਂ ਦਾ ਉਲਝਵਾਂ ਬੰਦਾ ਕਿਤੇ ਟੱਕਰਦਾ ਆ, ਉਹਨਾਂ ਨੂੰ ਆਮ ਤੌਰ ਤੇ ਅਸੀਂ ਪੁੱਛਦੇ ਵੀ ਰਹਿੰਦੇ ਹਾਂ। ਹਾਂਜੀ, ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਮੈਂ ਇਸ ਸਵਾਲ ਨੂੰ ਸੰਗਤ ਤੱਕ ਲਿਆ ਰਿਹਾ ਹਾਂ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਿਹੜਾ ਹੈ ਉਹ ਮੰਗਲਾਚਰਨ ਹੈ। ਇਹ ਡੇਰਾਵਾਦੀ ਵਿਚਾਰਧਾਰਾ ਚੋਂ ਆ ਰਹੀ ਗਾ। ਹਾਂਜੀ, ਮੰਨ ਲਓ ਵੀ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਮੰਗਲਾਚਰਨ ਹੈ। ਹਾਂਜੀ। ਫਿਰ ਇਸ ਬਾਣੀ ਦਾ ਨਾਂ ਕੀ ਹੈ? ਹੂੰ। ਇਹ ਬਾਣੀ ਦਾ ਨਾਂ ਕਿੱਥੇ ਗਿਆ? ਕਿਉਂਕਿ ਜਪ ਤਾਂ ਫਿਰ ਮੰਗਲਾਚਰਨ ਦੇ ਵਿੱਚ ਹੀ ਆ ਗਿਆ। ਜਿਵੇਂ ਨਿਰਭਉ, ਨਿਰਵੈਰ, ਬਾਕੀ ਵਿਸ਼ੇਸ਼ਣ ਆਏ, ਗੁਣ ਆਏ, ਏਦਾਂ ਹੀ ਜਪ ਵੀ ਇੱਕ ਗੁਣ ਆ ਗਿਆ। ਬਾਣੀ ਦਾ ਨਾਂ ਕੀ ਹੈ? ਫਿਰ ਬਾਣੀ ਦਾ ਨਾਂ ਕਿੱਥੇ ਗਿਆ? ਤੇ ਜੇ ਜਪ ਬਾਣੀ ਦਾ ਨਾਂ ਆ ਤਾਂ ਫਿਰ ਗੁਰਪ੍ਰਸਾਦ ਤੋਂ ਬਾਅਦ ਇਹ ਅਗਲਾ ਹਿੱਸਾ ਆਪੇ ਅੱਡ ਹੋ ਜਾਏਗਾ। ਹਾਂਜੀ, ਬਿਲਕੁਲ। ਤੇ ਜੇ ਅਸੀਂ ਇਹ ਜਪ ਨੂੰ ਵਿੱਚੇ ਮਰਜ ਕਰਨਾ ਆ, ਜਿਵੇਂ ਕਿ ਕੁਝ ਏਦਾਂ ਦੀਆਂ ਹਰਕਤਾਂ ਵੀ ਕੀਤੀਆਂ ਜਾਂਦੀਆਂ ਕਿ ਗੁਰਪ੍ਰਸਾਦ ਦੇ ਬਾਅਦ ਵਾਲੀਆਂ ਡੰਡੀਆਂ ਉਡਾ ਕੇ, ਜਪ ਦੇ ਆਰੰਭ ਵਾਲੀਆਂ 2 ਡੰਡੀਆਂ ਉਡਾ ਕੇ ਤੇ ਉਹਨੂੰ ਵਿੱਚ ਮਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹਾਂਜੀ। ਜੇ ਵਿੱਚ ਹੀ ਕਰਨਾ, ਫਿਰ ਬਾਣੀ ਦਾ ਨਾਂ ਕੀ ਆ? ਹਾਂ, ਬਹੁਤ ਵੈਲਿਡ ਪੁਆਇੰਟ। ਜੇ ਜਪ ਬਾਣੀ ਦਾ ਨਾਂ ਆ ਤਾਂ ਫਿਰ ਆਪਣੇ ਆਪ ਹੀ ਗੁਰਪ੍ਰਸਾਦ ਉੱਪਰਲਾ ਹਿੱਸਾ ਅੱਡ ਹੋ ਜਾਏਗਾ, ਤਾਂ ਅਗਲਾ ਹਿੱਸਾ ਆਪਣੇ ਆਪ ਅੱਡ ਹੋ ਜਾਏਗਾ, ਕਿਉਂਕਿ ਬਾਣੀ ਸਟਾਰਟ ਹੋ ਗਈ ਆ। ਉਹ ਸਾਡੇ ਵੀਰਾਂ ਭੈਣਾਂ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਗਿਆਤ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਇੱਕ ਵਾਰੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰ ਇਸ ਮੰਗਲਾਚਰਨ ਦੀ ਇਸ ਤਰੀਕੇ ਨਾਲ ਜਿਹੜੀ ਆ ਉਹ ਵਰਤੋਂ ਹੋਈ ਆ। ਸੋ ਸਾਨੂੰ ਜਿਹੜੇ ਪੰਥਕ ਨਿਰਣੇ ਆ, ਉਹਨਾਂ ਪੰਥਕ ਨਿਰਣਿਆਂ ਦੇ ਵਿੱਚ ਵੀ ਜਿਹੜਾ ਫੈਸਲਾ ਹੋਇਆ ਉਹਨੂੰ ਸਾਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਆ। ਜਿਹੜੇ ਵਿਦਵਾਨਾਂ ਨੇ ਵਿਚਾਰ ਕੇ ਲਿਖਤਾਂ ਲਿਖੀਆਂ ਆ, ਕਿਉਂਕਿ ਅਸੀਂ ਬਹੁਤਾ ਜ਼ਿਆਦਾ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਦੇ ਹਾਂ। ਆਪ ਪੜ੍ਹਨ ਵਿੱਚ ਘੱਟ ਵਿਸ਼ਵਾਸ ਰੱਖਦੇ ਹਾਂ, ਸਮਝਣ ਵਿੱਚ ਘੱਟ ਵਿਸ਼ਵਾਸ ਰੱਖਦੇ ਹਾਂ, ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰ ਲੈਂਦੇ ਹਾਂ। ਤਾਂ ਪਹਿਲੀ ਗੱਲ ਤੇ ਸਾਡੇ ਕੋਲ ਸਭ ਤੋਂ ਮੁੱਢਲਾ ਜਿਹੜਾ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ। ਦੂਜੇ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਵਿੱਚ ਜੋ ਵਿਦਵਾਨਾਂ ਨੇ ਫੈਸਲੇ ਲਏ ਆ, ਸਾਨੂੰ ਉਹਨਾਂ ਫੈਸਲਿਆਂ ਨੂੰ ਵੀ ਪੜ੍ਹ ਲੈਣਾ ਚਾਹੀਦਾ, ਵਿਚਾਰ ਲੈਣਾ ਚਾਹੀਦਾ, ਤਾਂ ਕਿ ਸਾਡਾ ਇਹ ਭੁਲੇਖਾ ਦੂਰ ਹੋਵੇ। ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੀ ਸਾਡਾ ਮੁੱਢਲਾ ਜਿਹੜਾ ਮੰਗਲਾਚਰਨ